ਕਿ ਆਰਗਨ ਡੋਨੇਸ਼ਨ ਹੁੰਦਾ ਕੀ ਹੈ, ਕਿਡਨੀ ਟ੍ਰਾਂਸਪਲਾਂਟੇਸ਼ਨ ਕੀ ਹੁੰਦੀ ਹੈ ਤੇ ਕਿਸ ਤਰ੍ਹਾਂ ਉਸ ਦੇ ਬਾਰੇ ਹੋਰ ਉਹ ਜਾਣਕਾਰੀ ਲੈ ਸਕਦੇ। ਤੇ ਆਰਗਨ ਡੋਨੇਸ਼ਨ, ਕਿਡਨੀ ਟ੍ਰਾਂਸਪਲਾਂਟ ਸੈਂਸਿਟਿਵ ਟੌਪਿਕਸ ਨੇ ਜਿਹਨਾਂ ਤੇ ਅਸੀਂ ਖੁੱਲ੍ਹ ਕੇ ਗੱਲਬਾਤ ਕਰਨਾ ਚਾਹੁੰਦੇ ਹਾਂ। ਸੋ ਮੈਂ ਰਿਸਰਚ ਕਰ ਰਹੀ ਹਾਂ ਆਰਗਨ ਡੋਨੇਸ਼ਨ ਐਂਡ ਕਿਡਨੀ ਟ੍ਰਾਂਸਪਲਾਂਟ ਦੇ ਵਿੱਚ। ਇਹ ਮੇਰੀ ਪਹਿਲੀ ਕੈਨੇਡਾ ਦੇ ਵਿੱਚ ਜੌਬ ਸੀ, ਬਟ ਆਪਣੇ ਕਮਿਊਨਿਟੀ 'ਚ ਨੌਲੇਜ ਬਹੁਤ ਘੱਟ ਹੈ। ਮੈਨੂੰ ਆਲਮੋਸਟ 6 ਇਅਰਸ ਹੋ ਗਏ ਕਮਿਊਨਿਟੀ ਦੇ ਵਿੱਚ ਕੰਮ ਕਰਦਿਆਂ। ਜੀ। ਸੋ ਐਜ਼ ਅ ਰਿਸਰਚਰ ਜੋ ਮੇਰਾ ਫੁੱਲ ਟਾਈਮ ਜੌਬ ਹੈ, ਸਾਡਾ ਜਿਹੜਾ ਫੋਕਸ ਹੈ ਉਹ ਇਹ ਹੈ ਕਿ ਸਾਡੀ ਕਮਿਊਨਿਟੀ ਨੂੰ ਪਤਾ ਹੋਵੇ ਅਸੀਂ ਐਜ਼ ਰਿਸਰਚਰਸ ਕੀ ਕਰ ਰਹੇ ਹਾਂ। ਸੋ ਅਸੀਂ ਕਮਿਊਨਿਟੀ ਦੇ ਵਿੱਚ ਜਾ ਕੇ ਥਰੂ ਕਮਿਊਨਿਟੀ ਟਾਕਸ, ਇਵੈਂਟਸ ਜਿਹੜੇ ਮੈਂ ਕੁਛ ਆਰਗੇਨਾਈਜ਼ ਕਰਦੀ ਹਾਂ, ਪਬਲਿਕ ਇਵੈਂਟਸ ਦੇ ਵਿੱਚ ਜਾ ਕੇ ਬੋਲਦੀ ਹਾਂ, ਇਨਫੋਰਮੇਸ਼ਨ ਸ਼ੇਅਰ ਕਰਦੀ ਹਾਂ। ਉਹਨਾਂ ਨੇ ਮੈਨੂੰ ਭੇਜਿਆ ਕਿ ਰੀਤਿੰਦਰ ਤੁਸੀਂ ਪੰਜਾਬੀ ਪੜ੍ਹਾਉਣੇ ਐਸਐਫਯੂ ਤੁਹਾਡੀ ਐਕਸਪਰਟੀਜ਼ ਹੈ, ਤੁਸੀਂ ਇਹਨੂੰ ਰਿਵਿਊ ਕਰ ਸਕਦੇ ਹੋ, ਦੇਖ ਸਕਦੇ ਹੋ। ਹਾਂਜੀ। ਸੋ ਉਹ ਕੰਸੈਂਟ ਫਾਰਮ ਦੇ ਵਿੱਚ ਇੱਕ ਵੀ ਵਰਡ ਸਹੀ ਨਹੀਂ ਸੀਗਾ। ਹੁਣ ਉੱਥੇ ਕੀ ਹੈ, ਜਿਹੜੇ ਫਿਜ਼ੀਸ਼ੀਅਨਸ ਨੇ ਜਿਹੜੇ ਪੰਜਾਬੀ ਨਹੀਂ, ਉਹ ਸੋਚਦੇ ਨੇ ਕਿ ਇਸ ਕਮਿਊਨਿਟੀ ਦੀਆਂ ਔਰਤਾਂ ਇਹ ਪਰਟੀਕੂਲਰ ਸਕਰੀਨਿੰਗ ਨਹੀਂ ਕਰਵਾਉਂਦੀਆਂ ਜਾਂ ਉਹਦੇ ਲਈ ਕੰਸੈਂਟ ਨਹੀਂ ਦਿੰਦੀਆਂ। ਬਟ ਬੈਰੀਅਰ ਇਹ ਹੈ ਕਿ ਜਿਹੜਾ ਕੰਸੈਂਟ ਫਾਰਮ ਉਹਨਾਂ ਨੂੰ ਦਿੱਤਾ ਜਾ ਰਿਹਾ ਉਹ ਕੁਛ ਉਹਦੇ 'ਚ ਹੈ ਹੀ ਨਹੀਂ ਕਿ ਜੋ ਉਹਨਾਂ ਨੂੰ ਸਮਝ ਆਵੇ। ਸੋ ਕੰਸੈਂਟ ਤੁਸੀਂ ਉਸੇ ਚੀਜ਼ ਦੀ ਦਿਓਗੇ ਜੋ ਤੁਹਾਨੂੰ ਸਮਝ ਆਊ। ਵੀਟੀਵੀ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਰਤਿੰਦਰ ਕੌਰ। ਸਵਾਗਤ ਕਰਦੇ ਹਾਂ ਨਾਲ। ਡਾਕਟਰ ਰਤਿੰਦਰ ਜੀ, ਤੁਹਾਡਾ ਪੋਡਕਾਸਟ ਦੇ ਵਿੱਚ ਬਹੁਤ-ਬਹੁਤ ਨਿੱਘਾ ਸਵਾਗਤ ਹੈ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਜੀ। ਰਤਿੰਦਰ, ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਕੈਨੇਡਾ ਕਦੋਂ ਮੂਵ ਹੋਏ, ਪੰਜਾਬ ਤੋਂ ਕਿਸ ਸ਼ਹਿਰ ਤੋਂ ਬਿਲੋਂਗ ਕਰਦੇ ਹੋ, ਕਦੋਂ ਇੱਥੇ ਆਏ? ਹਾਂਜੀ, ਮੈਂ ਮੇਰੀ ਫੈਮਿਲੀ ਦੇ ਨਾਲ ਨਵੰਬਰ 2019 ਦੇ ਵਿੱਚ ਆਈ ਸੀ। ਮੇਰੇ ਹਸਬੈਂਡ ਤੇ ਮੇਰਾ ਬੇਟਾ ਉਦੋਂ ਛੋਟਾ ਸੀ, ਉਦੋਂ ਅਸੀਂ ਇੱਥੇ ਮੂਵ ਕੀਤੇ ਸੀ। ਬਟ ਐਜ਼ ਪੀਆਰ ਆਉਣ ਤੋਂ ਪਹਿਲਾਂ ਵੀ ਮੈਨੂੰ ਇੱਥੇ ਫੈਲੋਸ਼ਿਪ ਮਿਲੀ ਸੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2018 ਦੇ ਵਿੱਚ। ਜੀ। ਸੋ ਅਸੀਂ 5 ਮਹੀਨੇ ਲਈ ਮੈਂ ਯੂਬੀਸੀ ਆਈ ਸੀ ਆਪਣੀ ਫੈਮਿਲੀ ਦੇ ਨਾਲ। ਜੀ, ਤੇ ਤੁਸੀਂ ਇੱਥੇ ਪੀਐਚਡੀ ਕਰ ਰਹੇ ਹੋ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ? ਹਾਂਜੀ, ਹੁਣ ਮੈਂ ਆਪਣੀ ਪੀਐਚਡੀ ਕਰ ਰਹੀ ਹਾਂ ਯੂਬੀਸੀ ਤੋਂ। ਜਦੋਂ ਮੈਂ ਇੰਡੀਆ ਤੋਂ ਐਜ਼ ਅ ਪੀਆਰ ਮੂਵ ਹੋਈ ਸੀਗੀ, ਉਦੋਂ ਵੀ ਮੈਂ ਪੀਐਚਡੀ ਆਲਰੇਡੀ ਕੀਤੀ ਹੋਈ ਸੀ। ਬਟ ਉਸ ਤੋਂ ਬਾਅਦ ਮੈਂ ਡਿਸਾਈਡ ਕੀਤਾ, ਕਿਉਂਕਿ ਮੈਂ ਹੁਣ ਕਿਡਨੀ ਟ੍ਰਾਂਸਪਲਾਂਟ ਦੇ ਵਿੱਚ ਰਿਸਰਚ ਕਰ ਰਹੀ ਹਾਂ, ਸੋ ਇਹ ਏਰੀਆ ਕਾਫੀ ਫੈਸੀਨੇਟਿੰਗ ਹੈ। ਮੈਨੂੰ ਲੱਗਿਆ ਕਿ ਮੈਨੂੰ ਇਸ ਫੀਲਡ ਦੇ ਵਿੱਚ ਵੀ ਪੀਐਚਡੀ ਕਰਨੀ ਚਾਹੀਦੀ ਹੈ ਤੇ ਰਿਸਰਚ ਕੈਰੀ ਫਾਰਵਰਡ ਕਰਨੀ ਚਾਹੀਦੀ ਹੈ। ਰਿਸਰਚ ਦੇ ਵਿੱਚ ਇੰਟਰਸਟ ਤੁਹਾਡਾ ਕਿੱਦਾਂ ਰਿਹਾ? ਕਿਉਂਕਿ ਮੋਸਟਲੀ ਜਦੋਂ ਅਸੀਂ ਲੋਕਾਂ ਨੂੰ ਪੁੱਛਦੇ ਹਾਂ, ਇੰਨਾ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ। ਤੁਹਾਡਾ ਕਿਸ ਤਰ੍ਹਾਂ ਹੋਇਆ? ਮੈਨੂੰ ਲੱਗਦਾ ਇੰਡੀਆ ਦੇ ਵਿੱਚ ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹ ਰਹੇ ਸੀ, ਮੈਂ ਪੰਜਾਬ ਯੂਨੀਵਰਸਿਟੀ 'ਚੋਂ ਪੀਐਚਡੀ ਕੀਤੀ ਸੀ। ਸੋ ਜਦੋਂ ਉੱਥੇ ਬੀਐਸਸੀ, ਐਮਐਸਸੀ ਕਰ ਰਹੇ ਸੀ ਤਾਂ ਉੱਥੇ ਇੱਕ ਬਹੁਤ ਮਤਲਬ ਉਸ ਟਾਈਮ ਪੋਪੂਲਰ ਸੀਗਾ ਕਿ ਜੇ ਤੁਹਾਨੂੰ ਫੈਲੋਸ਼ਿਪ ਮਿਲ ਜਾਂਦੀ ਹੈ, ਸਟੈਪਸ ਹੁੰਦੇ ਜੀ। ਤੁਹਾਡਾ ਨੈਕ ਕਲੀਅਰ ਹੋ ਗਿਆ, ਜੇਆਰਐਫ ਕਲੀਅਰ ਹੋ ਗਿਆ, ਤੁਹਾਡੇ ਕੋਲ ਫੈਲੋਸ਼ਿਪ ਹੈ, ਤੁਸੀਂ ਪੀਐਚਡੀ ਕਰ ਦਿਓ। ਮੇਰਾ ਬਹੁਤ ਜ਼ਿਆਦਾ ਮਤਲਬ ਉਸ ਟਾਈਮ ਇਹ ਫੋਕਸ ਨਹੀਂ ਸੀਗਾ ਕਿ ਮੈਂ ਬਹੁਤ ਲਾਈਕ ਆਈ ਵਾਸ ਨਾਟ ਅ ਪੈਸ਼ਨੇਟ ਰਿਸਰਚਰ ਐਟ ਦੈਟ ਟਾਈਮ। ਬਟ ਜਦੋਂ ਮੈਂ ਸਟਾਰਟ ਕੀਤੀ ਰਿਸਰਚ, ਜਦੋਂ ਮੈਂ ਇੰਗੇਜਮੈਂਟ ਸਟਾਰਟ ਕੀਤੀ ਲੋਕਾਂ ਦੇ ਨਾਲ, ਮੇਰਾ ਐਂਥਰੋਪੋਲੋਜੀ ਫੀਲਡ ਸੀਗਾ ਉਸ ਸਮੇਂ। ਸੋ ਸਾਨੂੰ ਕਾਫੀ ਫੀਲਡ ਟ੍ਰਿਪਸ ਤੇ ਜਾਣ ਦਾ ਵੀ ਮੌਕਾ ਮਿਲਿਆ ਸੀ ਐਜ਼ ਸਟੂਡੈਂਟ। ਸੋ ਅਸੀਂ ਬਹੁਤ ਕਲਚਰ ਬਾਰੇ, ਲੋਕਾਂ ਬਾਰੇ, ਉਹਦੀ ਲੈਂਗੁਏਜ ਬਾਰੇ, ਉਹਨਾਂ ਦੀ ਹੈਲਥ ਬਾਰੇ ਕਾਫੀ ਚੀਜ਼ਾਂ ਸਿੱਖੀਆਂ। ਸੋ ਮੈਨੂੰ ਉੱਥੋਂ ਇੰਟਰਸਟ ਪੈਦਾ ਹੋਇਆ ਕਿ ਮੈਂ ਰਿਸਰਚ ਕਰਨੀ ਹੈ। ਸੋ ਪੀਐਚਡੀ ਮੇਰਾ ਇੱਕ ਵਨ ਬਿਗ ਪ੍ਰੋਜੈਕਟ ਸੀਗਾ ਜਦੋਂ ਮੈਂ ਉੱਥੇ ਪੜ੍ਹਦੀ ਸੀ। ਜੀ। ਸੋ ਉਸ ਤੋਂ ਬਾਅਦ ਮੈਨੂੰ ਪੋਸਟ ਡਾਕ ਫੈਲੋਸ਼ਿਪ ਵੀ ਮਿਲੀ ਸੀ, ਜੋ ਕਿ ਯੂਜੀਸੀ ਵੱਲੋਂ ਮਿਲੀ ਸੀ ਉਸ ਟਾਈਮ। ਤੇ ਆਈ ਵਾਸ ਓਨਲੀ ਵਨ ਸਿਲੈਕਟਡ ਫਰਮ ਐਂਥਰੋਪੋਲੋਜੀ। ਸੋ ਮੈਨੂੰ ਮੇਰੀਆਂ ਅਚੀਵਮੈਂਟਸ ਜਾਂ ਜੋ ਮੈਨੂੰ ਫੈਲੋਸ਼ਿਪਸ ਮਿਲੀਆਂ ਸੀ, ਉਹਨਾਂ ਕਰਕੇ ਵੀ ਮੈਂ ਬਹੁਤ ਮੋਟੀਵੇਟ ਹੋਈ ਕਿ ਆਈ ਐਮ ਦ ਓਨਲੀ ਵਨ ਗੈਟਿੰਗ ਇਟ। ਸੋ ਮੈਂ ਕੋਸ਼ਿਸ਼ ਕਰਾਂ ਕਿ ਮੈਂ ਬਹੁਤ ਵਧੀਆ ਕੰਮ ਕਰਾਂ। ਕੈਨੇਡਾ ਆ ਕੇ ਹੋਰ ਵੀ ਜ਼ਿਆਦਾ ਸਿੱਖਣ ਨੂੰ ਮਿਲਿਆ। ਰਿਸਰਚ ਦੇ ਬੇਸਿਕਸ ਹੈ, ਰਿਸਰਚ ਦੇ ਕਾਫੀ ਕੋਰਸ ਕੀਤੇ, ਕਿਉਂਕਿ ਮੈਂ ਇੱਥੇ ਆ ਕੇ ਮਾਸਟਰਸ ਵੀ ਕੀਤੀ ਸੀ। ਮੇਰੀ ਸੈਕੰਡ ਮਾਸਟਰਸ ਉਹ ਏਸ਼ੀਅਨ ਸਟੱਡੀਜ਼ ਤੋਂ ਕੀਤੀ ਹੈ ਐਮਐਲ ਡਿਪਾਰਟਮੈਂਟ ਤੋਂ। ਤੇ ਹੁਣ ਮੇਰਾ ਇੰਟਰਡਿਸਪਲਿਨਰੀ ਸਟੱਡੀਜ਼ ਪ੍ਰੋਗਰਾਮ ਜੋ ਮੈਂ ਪੀਐਚਡੀ ਕਰ ਰਹੀ ਹਾਂ। ਸੋ ਮੈਨੂੰ ਰਿਸਰਚ 'ਚ ਕੈਨੇਡਾ ਆ ਕੇ ਬਹੁਤ ਸਿੱਖਣ ਨੂੰ ਵੀ ਮਿਲਿਆ। ਥੋੜ੍ਹੀ ਜਿਹੀ ਡਿਫਰੈਂਟ ਟਾਈਪ ਆਫ ਰਿਸਰਚ ਹੈਗੀ ਹੈ, ਬਟ ਜਿਹੜੇ ਇੰਡੀਆ 'ਚ ਐਂਥਰੋਪੋਲੋਜੀ ਵਾਲੀ ਰਿਸਰਚ ਸੀ ਬਹੁਤ ਕੰਮ ਆਈ। ਹਜੇ ਵੀ ਅਸੀਂ ਕਲਚਰ, ਲੈਂਗੁਏਜ ਤੇ ਉਹਨਾਂ ਹੀ ਆਸਪੈਕਟਸ 'ਤੇ ਕੰਮ ਕਰਦੇ ਹਾਂ, ਤੇ ਉਹ ਮੇਰਾ ਐਕਸਪਰਟੀਜ਼ ਹੈ। ਜੀ। ਕਹਿੰਦੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਆਉਂਦੇ ਹਾਂ, ਜਾਂ ਜਿਹੜੇ ਲੋਕ ਹਲੇ ਵੀ ਇੰਡੀਆ ਦੇ ਵਿੱਚ ਹੈ, ਤੁਹਾਡੇ ਵਰਗੇ ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਫੈਲੋਸ਼ਿਪ ਕਿਸ ਤਰ੍ਹਾਂ ਲੈ ਸਕਦੇ ਹਾਂ ਜਾਂ ਪੀਐਚਡੀ 'ਚ ਕਿਸ ਤਰ੍ਹਾਂ ਇਨਰੋਲ ਹੋ ਸਕਦੇ ਹਾਂ, ਲਾਈਕ ਉਹਦੇ ਬਾਰੇ ਥੋੜਾ ਜਿਹਾ ਬ੍ਰੇਕ ਡਾਊਨ ਕਰ ਸਕਦੇ ਹੋ ਤੁਸੀਂ?
ਹਾਂਜੀ। ਸੋ ਪੀਐਚਡੀ ਲਈ ਅਪਲਾਈ ਕਰਨ ਲਈ ਤੁਹਾਨੂੰ ਜਿਵੇਂ 1 ਸਾਲ ਪਹਿਲਾਂ ਆਲਮੋਸਟ 1 ਸਾਲ ਪਹਿਲਾਂ ਐਪਲੀਕੇਸ਼ਨਸ ਖੁੱਲ੍ਹਦੀਆਂ ਨੇ, ਜਿਵੇਂ ਜੇ ਸੈਪਟੈਂਬਰ ਦੇ ਵਿੱਚ ਤੁਸੀਂ ਪੀਐਚਡੀ ਸਟਾਰਟ ਕਰਨਾ ਚਾਹੁੰਦੇ ਹੋ, ਕਿ ਜਨਵਰੀ ਤੱਕ ਉਹਦੀ ਡੈਡਲਾਈਨ ਹੁੰਦੀ ਹੈ। ਜਿਹਦੇ ਵਿੱਚ ਤੁਹਾਡਾ ਪ੍ਰੋਜੈਕਟ ਤਿਆਰ ਹੋਣਾ ਚਾਹੀਦਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਟੌਪਿਕ 'ਤੇ ਰਿਸਰਚ ਕਰਨਾ ਚਾਹੁੰਦੇ ਹੋ। ਤੁਹਾਡੇ ਸੁਪਰਵਾਈਜ਼ਰਸ ਹੋਣੇ ਚਾਹੀਦੇ ਨੇ, ਤੁਸੀਂ ਕਿਹਦੇ ਨਾਲ ਰਿਸਰਚ ਕਰਨਾ ਚਾਹੁੰਦੇ ਹੋ, ਉਹਨਾਂ ਦੀ ਲੈਟਰ ਆਫ ਸਪੋਰਟ ਵੀ ਲੱਗਦੀ ਹੈ। ਉਸ ਤੋਂ ਇਲਾਵਾ ਵੀ ਤੁਹਾਨੂੰ ਰੈਫਰੈਂਸਿਸ ਚਾਹੀਦੇ ਨੇ, ਜੋ ਕਿ ਬਹੁਤ ਸਟਰੋਂਗ ਹੋਣੇ ਚਾਹੀਦੇ ਨੇ। ਸੋ 3 ਰੈਫਰੈਂਸਿਸ 3 ਰੈਫਰੈਂਸ ਲੈਟਰ ਜੋ ਉਹ ਆਨਲਾਈਨ ਜਾ ਕੇ ਕੰਪਲੀਟ ਕਰ ਸਕਣ। ਸੋ ਇਹ ਪ੍ਰੋਸੈਸ ਕਾਫੀ ਟਾਈਮ ਕੰਜ਼ਿਊਮਿੰਗ ਹੁੰਦੀ ਹੈ। ਇੱਕ ਪ੍ਰੋਜੈਕਟ ਪ੍ਰਿਪੇਅਰ ਕਰਨਾ, ਉਸ ਤੋਂ ਪਹਿਲਾਂ ਥੋੜਾ ਸੁਪਰਵਾਈਜ਼ਰ ਨੂੰ ਲੱਭਣਾ, ਉਹਨਾਂ ਨਾਲ ਗੱਲਬਾਤ ਕਰਨੀ, ਮੇਕ ਸ਼ੋਰ ਕਰਨਾ ਕਿ ਉਹ ਤੁਹਾਡਾ ਪ੍ਰੋਜੈਕਟ ਆਈਡੀਆ ਪਸੰਦ ਕਰ ਦੇਣਗੇ, ਐਂਡ ਦੈਨ ਡਿਵੈਲਪਿੰਗ ਦ ਪ੍ਰੋਜੈਕਟ ਆਈਡੀਆ, ਉਹਨੂੰ ਫੁੱਲ ਫਲੈਸ਼ ਪ੍ਰੋਜੈਕਟ ਦੇ ਵਿੱਚ ਤਬਦੀਲ ਕਿੰਨੇ ਕੁ ਕਰਨਾ। ਟਾਈਮਲਾਈਨ ਲੱਗ ਜਾਂਦਾ, ਕਿੰਨਾ ਕੁ ਟਾਈਮ ਲੱਗ ਜਾਂਦਾ ਇਸ ਚੀਜ਼? ਮੈਂ ਕਹੂੰਗੀ ਕਿ ਜਦੋਂ ਤੁਸੀਂ ਕੈਨੇਡਾ ਦੀ ਕੋਈ ਵੀ ਐਪਲੀਕੇਸ਼ਨ, ਜਿਵੇਂ ਤੁਸੀਂ ਗ੍ਰੈਜੂਏਟ ਸਕੂਲ ਦੀ ਲਾਈਕ ਮਾਸਟਰਸ ਐਂਡ ਪੀਐਚਡੀ ਦੀ 2 ਤੋਂ 3 ਮਹੀਨੇ ਤੁਸੀਂ ਲਗਾ ਕੇ ਚੱਲੋ। ਇਹ ਨਹੀਂ ਕਿ ਅਸੀਂ ਦਿਨ ਰਾਤ ਉਹ 'ਤੇ ਕੰਮ ਕਰ ਰਹੇ ਹਾਂ, ਬਟ ਆਬਵੀਅਸਲੀ ਤੁਹਾਨੂੰ ਸੋਚਣ ਲਈ, ਪਲਾਨ ਕਰਨ ਲਈ, ਈਮੇਲਸ ਕਰਨ ਲਈ, ਕਮਿਊਨੀਕੇਸ਼ਨ ਕਰਨ ਲਈ ਤੁਹਾਨੂੰ ਟਾਈਮ ਚਾਹੀਦਾ ਹੁੰਦਾ। ਸੋ ਉਹਦੇ ਲਈ ਤੁਸੀਂ 2 ਤੋਂ 3 ਮਹੀਨੇ ਲਗਾ ਕੇ ਚੱਲੋ। ਜੀ। ਜੇ ਤੁਹਾਡੇ ਕੋਲ ਕੋਈ ਆਈਡੀਆ ਹੈਗਾ, ਤੁਸੀਂ ਬਿਲਕੁਲ ਸਕ੍ਰੈਚ ਤੋਂ ਨਹੀਂ ਸਟਾਰਟ ਕਰ ਸਕਦੇ ਕਿ ਮੈਨੂੰ ਕੁਛ ਨਹੀਂ ਕੁਛ ਪਤਾ, ਨਹੀਂ ਬਟ ਪਤਾ। ਮੈਂ ਆਈ ਵਾਂਟ ਟੂ ਅਪਲਾਈ, ਸੋ ਯੂ ਸ਼ੁਡ ਹੈਵ ਸਮ ਆਈਡੀਆ। ਤੇ ਤੁਹਾਡੇ ਕੋਈ ਸੁਪਰਵਾਈਜ਼ਰਸ ਵੀ ਹੋਣੇ ਚਾਹੀਦੇ ਨੇ, ਕਿਉਂਕਿ ਇੱਥੇ ਜਿਹੜੇ ਸੁਪਰਵਾਈਜ਼ਰਸ ਨੇ ਉਹ ਸਟਰੋਂਗਲੀ ਚਾਹੁੰਦੇ ਨੇ ਕਿ ਜਿਹੜੇ ਸਾਡੇ ਸਟੂਡੈਂਟਸ ਹੋਣ, ਉਹਨਾਂ ਨਾਲ ਸਾਡੇ ਰਿਸਰਚ ਇੰਟਰਸਟ ਅਲਾਈਨ ਕਰਨ। ਬਿਲਕੁਲ। ਸੋ ਉਹ ਪ੍ਰੈਫਰ ਕਰਦੇ ਨੇ ਕਿ ਜੇ ਤੁਸੀਂ ਉਹਨਾਂ ਦੇ ਹੀ ਏਰੀਆ ਦੇ ਵਿੱਚ ਜਾਂ ਉਹਦੇ ਨਾਲ ਸਿਮਿਲਰ ਏਰੀਆ, Similar। ਬ੍ਰੌਡਲੀ ਸੇਮ ਏਰੀਆ ਦੇ ਵਿੱਚ ਤੁਸੀਂ ਰਿਸਰਚ ਕਰਨਾ ਚਾਹੁੰਦੇ ਹੋ, ਤਾਂ ਉਹ ਤੁਹਾਨੂੰ ਪ੍ਰੈਫਰ ਕਰਨਗੇ। ਜੀ। ਜਿਸ ਤਰ੍ਹਾਂ ਤੁਸੀਂ ਇੰਡੀਆ ਦੇ ਵਿੱਚ ਵੀ ਪੀਐਚਡੀ ਕੀਤੀ ਹੈ, ਇੱਥੇ ਵੀ ਤੁਸੀਂ ਦੁਬਾਰਾ ਤੋਂ ਪੀਐਚਡੀ ਦੇ ਵਿੱਚ ਐਨਰੋਲ ਹੋ। ਰਿਸਰਚ ਦੇ ਵਿੱਚ ਕੁਝ ਡਿਫਰੈਂਸ ਲੱਗ ਰਿਹਾ ਕਿ ਇੰਡੀਆ 'ਚ ਰਿਸਰਚ ਡਿਫਰੈਂਟ ਤਰੀਕੇ ਨਾਲ ਹੁੰਦੀ ਸੀ ਤੇ ਇੱਥੇ ਡਿਫਰੈਂਟ ਹੋ ਰਹੀ ਹੈ? ਨਹੀਂ, ਮੈਨੂੰ ਬਹੁਤ ਜ਼ਿਆਦਾ ਨਹੀਂ ਲੱਗਦਾ। ਮੈਨੂੰ ਲੱਗਦਾ ਹੈ ਕਿ ਜੋ ਮੈਂ ਕੈਨੇਡੀਅਨ ਸਿਸਟਮ ਤੋਂ ਸਿੱਖਿਆ, ਲਾਈਕ ਮਾਸਟਰਸ ਕਰਕੇ ਤੇ ਪੀਐਚਡੀ ਕੋਰਸ ਵਰਕ ਕਰਕੇ ਸਪੈਸ਼ਲੀ, ਤੁਸੀਂ ਇੱਥੇ ਆਪਣੀ ਪਸੰਦ ਦੇ, ਆਪਣੀ ਇੰਟਰਸਟ ਦੇ ਕੋਰਸਿਸ ਚੂਜ਼ ਕਰ ਸਕਦੇ ਹੋ। ਤੁਸੀਂ ਅੱਛਾ। ਆਪਣਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਬਹੁਤ ਆਪਸ਼ਨਸ ਨੇ। ਇੰਡੀਆ 'ਚ ਸਾਡਾ ਸਟਰਕਚਰ ਥੋੜ੍ਹਾ ਜਿਹਾ ਰਿਜਿਡ ਸੀਗਾ ਕਿ ਤੁਹਾਨੂੰ ਇਹ ਕੋਰਸਿਸ ਕਰਨੇ ਹੀ ਪੈਣਗੇ ਟੂ ਕੰਪਲੀਟ ਮਾਸਟਰਸ ਜਾਂ ਪੀਐਚਡੀ। ਉੱਥੇ ਚੋਇਸ ਥੋੜੀ ਘੱਟ ਹੈ, ਇੱਥੇ ਚੋਇਸ ਬਹੁਤ ਜ਼ਿਆਦਾ ਹੈ। ਚੋਇਸ ਹੋਣ ਕਰਕੇ ਮੈਨੂੰ ਇੱਥੇ ਸੌਖਾ ਲੱਗਿਆ, ਕਿਉਂਕਿ ਮੈਨੂੰ ਲੱਗਿਆ ਕਿ ਜੇ ਮੈਨੂੰ ਜੈਂਡਰ 'ਚ ਇੰਟਰਸਟ ਹੈ, ਹੈਲਥ ਐਕਟੀਵਿਟੀ 'ਚ ਇੰਟਰਸਟ ਹੈ, ਜਾਂ ਕੁਝ ਸਰਟਨ ਐਸਪੈਕਟਸ ਕੁਝ ਟਾਈਪ ਆਫ ਕੋਰਸਿਸ 'ਚ ਇੰਟਰਸਟ ਹੈ, ਤਾਂ ਮੈਂ ਉਹ ਕੋਰਸਿਸ ਲੈ ਸਕਦੀ ਹਾਂ, ਰਾਦਰ ਕਿ ਮੈਂ ਇੱਕ ਡਿਫਿਕਲਟ ਕੋਰਸ ਮੇਰੇ ਤੋਂ ਜ਼ਿਆਦਾ ਇੰਟਰਸਟ ਨਾਲ ਨਾ ਹੋ ਸਕੇ ਲਵਾਂ। ਸੋ ਉਹ ਡਿਫਰੈਂਸ ਹੈ। ਅਦਰਵਾਈਜ਼ ਮੈਨੂੰ ਲੱਗਦਾ ਕਿ ਜੋ ਮੈਂ ਉੱਥੇ ਸਿੱਖਿਆ, ਕਿਉਂਕਿ ਉੱਥੇ ਟੀਚਰਸ ਥੋੜ੍ਹੇ ਸਟ੍ਰਿਕਟ ਸੀ, ਜਿਹੜੇ ਸਾਡੇ ਯੂਨੀਵਰਸਿਟੀ ਪ੍ਰੋਫੈਸਰ ਸੀ, ਬਟ ਉੱਥੋਂ ਜੋ ਸਿੱਖਿਆ, ਜੋ ਉਹਨਾਂ ਨੇ ਲਾਈਕ ਐਕਸਪੀਰੀਐਂਸਿਸ ਜਾਂ ਰਿਸਰਚ ਜਾਂ ਕਮਿਊਨਿਟੀ ਇੰਗੇਜਮੈਂਟ ਦੇ ਤਰੀਕੇ ਜੋ ਉਹਨਾਂ ਨੇ ਦੱਸੇ, ਜੀ। ਸੋ ਆਈ ਥਿੰਕ ਉਹ ਵੀ ਬਹੁਤ ਸਟਰੋਂਗਲੀ ਮੈਂ ਇੱਥੇ ਯੂਜ਼ ਕਰਦੀ ਹਾਂ ਉਸ ਚੀਜ਼ਾਂ ਜੋ ਮੈਂ ਸਿੱਖੀਆਂ। ਉਹ ਇੱਥੇ ਵੀ ਯੂਜ਼ ਹੋ ਰਹੀ ਹੈ। ਬਿਲਕੁਲ। ਜੀ। ਤੇ ਇਸ ਤੋਂ ਇਲਾਵਾ ਤੁਸੀਂ ਯੂਬੀਸੀ ਦੇ ਵਿੱਚ ਆਰਗਨ ਡੋਨੇਸ਼ਨ ਹੋ ਗਿਆ, ਕਿਡਨੀ ਟ੍ਰਾਂਸਪਲਾਂਟੇਸ਼ਨ ਹੋ ਗਿਆ, ਇਹਦੇ ਬਾਰੇ ਵੀ ਰਿਸਰਚ ਕਰ ਰਹੇ ਹੋ, ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹੋ, ਇਹਦੇ ਬਾਰੇ ਵੀ ਥੋੜਾ ਜਿਹਾ ਦੱਸੋ, ਕਿਉਂਕਿ ਆਈ ਥਿੰਕ ਆਪਣੀ ਕਮਿਊਨਿਟੀ ਦੇ ਵਿੱਚ ਇਹ ਇਨਫੋਰਮੇਸ਼ਨ, ਸਪੈਸ਼ਲੀ ਜੇ ਅਸੀਂ ਆਪਣੀ ਲੋਕਲ ਭਾਸ਼ਾ ਦੀ ਗੱਲ ਕਰੀਏ, ਪੰਜਾਬੀ ਦੇ ਵਿੱਚ ਘੱਟ ਇਨਫੋਰਮੇਸ਼ਨ ਮੌਜੂਦ ਹੈ। ਹਾਂਜੀ। ਸੋ ਜੋ ਮੈਂ ਰਿਸਰਚ ਕਰ ਰਹੀ ਹਾਂ ਆਰਗਨ ਡੋਨੇਸ਼ਨ ਐਂਡ ਕਿਡਨੀ ਟ੍ਰਾਂਸਪਲਾਂਟ ਦੇ ਵਿੱਚ, ਇਹ ਮੇਰੀ ਪਹਿਲੀ ਕੈਨੇਡਾ ਦੇ ਵਿੱਚ ਜੌਬ ਸੀ। ਸੋ ਇੰਟਰਸਟਿੰਗ ਸਟੋਰੀ ਕਿ ਮੈਨੂੰ ਜੌਬ ਕਿਵੇਂ ਮਿਲੀ। ਸੋ ਐਜ਼ ਅ ਇਮੀਗ੍ਰੈਂਟ, ਜਿਵੇਂ ਕਿਉਂਕਿ ਮੈਂ ਰਿਸਰਚਰ ਵੀ ਹਾਂ, ਸੋ ਮੈਨੂੰ ਆਦਤ ਹੈ ਕਿ ਮੈਂ ਹਰ ਚੀਜ਼ ਦੇ ਨੋਟਸ ਬਣਾਉਂਦੀ ਹਾਂ, ਹਰ ਚੀਜ਼ ਨੂੰ ਪਲਾਨ ਕਰਦੀ ਹਾਂ, ਸੋਚਦੀ ਹਾਂ ਕਿ ਕੀ ਮੈਂ। ਸੋ ਜਦੋਂ ਮੈਂ ਇੱਥੇ ਨਵੀਂ ਆਈ ਸੀ, ਮੈਂ ਪਹਿਲੇ ਵੀਕ 'ਚ ਸੋਚਿਆ ਸੀਗਾ ਕਿ ਮੈਂ ਕਿੱਥੋਂ ਸਟਾਰਟ ਕਰੂੰਗੀ ਜੌਬ ਸਰਚ। ਸੋ ਮੈਂ ਜਿਵੇਂ ਕਮਿਊਨਿਟੀ ਆਰਗੇਨਾਈਜੇਸ਼ਨ ਦੇ ਵਿੱਚ ਗਈ, ਕਿਉਂਕਿ ਮੈਂ ਦੇਖਿਆ ਸੀਗਾ ਕਿ ਉਹਨਾਂ ਦੇ ਕਾਫੀ ਪ੍ਰੋਗਰਾਮਸ ਹੁੰਦੇ ਆ, ਸਪੋਰਟ ਕਰ ਸਕਦੇ ਨੇ। ਸੋ ਉਸ ਕਮਿਊਨਿਟੀ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਰਿਸਰਚ ਰਿਲੇਟਡ ਜਾਂ ਹੈਲਥ ਫੋਕਸ ਕੋਈ ਪ੍ਰੋਜੈਕਟਸ ਤਾਂ ਨਹੀਂ ਸੀ, ਬਟ ਕਿਉਂਕਿ ਮੈਂ ਉੱਥੇ ਆਪਣਾ CV ਛੱਡ ਕੇ ਆਈ ਸੀ, ਤਾਂ ਉਹਨਾਂ ਦੇ ਹੀ ਇੰਪਲੋਈ ਸੀਗੇ, ਉਹਨਾਂ ਦੇ ਇੱਕ ਡਾਇਰੈਕਟਰ ਸੀਗੇ, ਉਹਨਾਂ ਨੇ ਮੈਨੂੰ ਲਿੰਕਡਇਨ ਤੇ ਮੈਸੇਜ ਕਰਕੇ ਜਿਵੇਂ ਕਿਹਾ ਕਿ ਸਾਡੇ ਕੋਲ ਇੱਕ ਐਕਚੁਅਲੀ ਜੌਬ ਆਫਰ ਹੈਗੀ ਹੈ। ਇਟਸ ਨਾਟ ਅ ਰਿਸਰਚ ਰੋਲ, ਬਟ ਐਕਚੁਅਲੀ ਹੈਲਥ ਪ੍ਰੋਜੈਕਟ ਹੈਗਾ।
ਸੋ ਉਹ ਕਿਡਨੀ ਟ੍ਰਾਂਸਪਲਾਂਟ ਦਾ ਹੀ ਪ੍ਰੋਜੈਕਟ ਸੀਗਾ। ਸੋ ਦੇ ਵਰ ਪਾਰਟਨਰਿੰਗ ਵਿਦ ਦ ਕਮਿਊਨਿਟੀ ਆਰਗੇਨਾਈਜੇਸ਼ਨ। ਸੋ ਕਮਿਊਨਿਟੀ ਇੰਗੇਜਮੈਂਟ ਕਰਨੀ ਸੀ, ਜੀ ਕਮਿਊਨਿਟੀ ਕੰਸਲਟੇਸ਼ਨ ਕਰਨੀ ਸੀ ਪੰਜਾਬੀ ਲੈਂਗੁਏਜ। ਸੋ ਇਟਸ ਫੋਕਸਡ ਔਨ ਪੰਜਾਬੀ ਲੈਂਗੁਏਜ, ਰਿਸਰਚ ਨਹੀਂ ਹੈਗੀ ਬਟ ਪੰਜਾਬੀ ਲੈਂਗੁਏਜ ਸਪੀਕਿੰਗ ਸਕਿੱਲਸ ਕਰਕੇ ਤੁਹਾਨੂੰ ਜੌਬ ਮਿਲ ਸਕਦੀ ਹੈ। ਸੋ ਉਹ ਮੇਰਾ ਫਰਸਟ ਲੈਸਨ ਸੀ ਕਿ ਲਿੰਕਡਇਨ ਵੀ ਬਹੁਤ ਜ਼ਰੂਰੀ ਹੈ। ਜ਼ਰੂਰੀ ਹੈ। ਸੋ ਜੇ ਤੁਹਾਡੀ ਪ੍ਰੋਫੈਸ਼ਨਲ ਪ੍ਰੋਫਾਈਲ ਹੈ ਲੋਕ ਤੁਹਾਨੂੰ ਕੰਟੈਕਟ ਕਰ ਸਕਦੇ ਨੇ। ਜੀ ਸੋ ਉੱਥੇ ਫਿਰ ਉਹਨਾਂ ਨੇ ਮੈਨੂੰ ਇੰਟਰਵਿਊ ਕੀਤਾ ਸੀਗਾ ਐਂਡ ਦੈਨ ਜਿਹੜੇ ਡਾਕਟਰ ਨਾਲ ਮੈਂ ਕੰਮ ਕਰਦੀ ਹਾਂ, ਡਾਕਟਰ ਜਗਬੀਰ ਗਿੱਲ, ਉਹਨਾਂ ਨੇ ਅੱਛਾ। ਇੰਟਰਵਿਊ ਕੀਤਾ ਸੀ। ਦੈਟਸ ਹਾਊ ਆਈ ਗॉट ਦ ਜੌਬ। ਹਮ। ਸੋ ਫਰੋਮ ਈਅਰ 2 ਮੈਂ ਡਾਇਰੈਕਟਲੀ ਫਿਰ ਡਾਕਟਰ ਜਗਬੀਰ ਗਿੱਲ ਦੇ ਰਿਸਰਚ ਟੀਮ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਲਿਆ। ਸੋ ਇਟਸ ਬੀਨ 6 years now। ਦੈਟਸ ਗੁੱਡ ਕਿਉਂਕਿ ਜਿਹੜੇ ਵੀ ਨਵੇਂ ਇਮੀਗ੍ਰੈਂਟਸ ਆਉਂਦੇ ਉਹਨਾਂ ਨੂੰ ਹਾਂਜੀ। ਪਤਾ ਨਹੀਂ ਲੱਗਦਾ ਸਕ੍ਰੈਚ ਤੋਂ ਸ਼ੁਰੂ ਕਿੱਥੋਂ ਕਰਨਾ, ਹਾਂਜੀ। ਕਿਉਂਕਿ ਐਵਰੀਬਡੀ ਸਟਾਰਟਸ ਫਰੋਮ ਦ ਸਕ੍ਰੈਚ ਹੈ, ਰਾਈਟ? ਸੋ ਦੈਟਸ ਗੁੱਡ ਕਿ ਤੁਸੀਂ ਥੋੜੀ ਜਿਹੀ ਇਨਫੋਰਮੇਸ਼ਨ ਦਿੱਤੀ ਹੈ। ਹੁਣ ਆਰਗਨ ਡੋਨੇਸ਼ਨ ਬਾਰੇ ਵੀ ਇਨਫੋਰਮੇਸ਼ਨ ਸਾਡੇ ਵਿਊਅਰਸ ਨੂੰ ਦਿਓ ਕਿ ਆਰਗਨ ਡੋਨੇਸ਼ਨ ਹੁੰਦਾ ਕੀ ਹੈ, ਕਿੰਨੀ ਟ੍ਰਾਂਸਪਲਾਂਟੇਸ਼ਨ ਕੀ ਹੁੰਦੀ ਹੈ ਤੇ ਕਿਸ ਤਰ੍ਹਾਂ ਉਸ ਦੇ ਬਾਰੇ ਹੋਰ ਉਹ ਜਾਣਕਾਰੀ ਲੈ ਸਕਦੇ ਨੇ। ਹਾਂਜੀ। ਸੋ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਜਿਹੜੀ ਲੋੜ ਹੈਗੀ ਹੈ, ਜਦੋਂ ਵੀ ਕਿਸੇ ਦਾ ਕਿਡਨੀ ਫੇਲਿਅਰ ਹੁੰਦਾ ਉਹਨਾਂ ਨੂੰ ਕਿਡਨੀ ਟ੍ਰਾਂਸਪਲਾਂਟ ਦੀ ਲੋੜ ਪੈਂਦੀ ਹੈ। ਕਿਡਨੀ ਦੇ 2 ਸੋਰਸ ਹੋ ਸਕਦੇ ਨੇ, ਜਾਂ ਤਾਂ ਕੋਈ ਮ੍ਰਿਤਕ ਵਿਅਕਤੀ ਹੈਗਾ ਉਹਨਾਂ ਦੇ ਆਰਗਨਸ ਡੋਨੇਟ ਕੀਤੇ ਜਾਣ, ਜਾਂ ਫਿਰ ਕੋਈ ਜ਼ਿੰਦਾ ਵਿਅਕਤੀ ਹੈ ਉਹ ਆਪਣੀ ਇੱਕ ਕਿਡਨੀ ਡੋਨੇਟ ਕਰਨਾ ਚਾਹੁੰਦਾ ਹੈ। ਜੀ। ਸੋ ਦੋਨੋਂ ਹੀ ਸੋਰਸਿਸ ਤੋਂ ਆਰਗਨ ਆ ਸਕਦਾ ਹੈ, ਦੈਨ ਟ੍ਰਾਂਸਪਲਾਂਟ ਹੋ ਸਕਦਾ ਹੈ। ਸੋ ਆਪਣੀ ਕਮਿਊਨਿਟੀ ਐਜ਼ ਪੇਸ਼ੈਂਟਸ ਕਾਫੀ ਓਵਰ ਰੈਪਰੈਜ਼ੈਂਟਡ ਹੈ। ਆਪਣੇ ਲੋਕਾਂ ਨੂੰ ਬਹੁਤ ਕਿਡਨੀ ਫੇਲਿਅਰ ਦਾ ਇਸ਼ੂ ਜਿਹੜਾ ਆ ਰਿਹਾ, ਕਿਡਨੀ ਟ੍ਰਾਂਸਪਲਾਂਟ ਦੀ ਲੋੜ ਹੈ, ਬਟ ਆਪਣੇ ਕਮਿਊਨਿਟੀ 'ਚ ਨੌਲੇਜ ਬਹੁਤ ਘੱਟ ਹੈ। ਹੁਣ ਮੈਨੂੰ ਆਲਮੋਸਟ 6 years ਹੋ ਗਏ ਕਮਿਊਨਿਟੀ ਦੇ ਵਿੱਚ ਕੰਮ ਕਰਦਿਆਂ। ਜੀ ਸੋ ਐਜ਼ ਅ ਰਿਸਰਚਰ ਜੋ ਮੇਰਾ ਫੁੱਲ ਟਾਈਮ ਜੌਬ ਹੈ, ਸਾਡਾ ਜਿਹੜਾ ਫੋਕਸ ਹੈ ਉਹ ਇਹ ਹੈ ਕਿ ਸਾਡੀ ਕਮਿਊਨਿਟੀ ਨੂੰ ਪਤਾ ਹੋਵੇ ਅਸੀਂ ਐਜ਼ ਰਿਸਰਚਰਸ ਕੀ ਕਰ ਰਹੇ ਹਾਂ, ਜੋ ਰਿਸਰਚ ਅਸੀਂ ਕਰ ਰਹੇ ਹਾਂ ਅਸੀਂ ਉਹ ਤੋਂ ਕੀ ਸਿੱਖ ਰਹੇ ਹਾਂ। ਸੋ ਅਸੀਂ ਕਮਿਊਨਿਟੀ ਦੇ ਵਿੱਚ ਜਾ ਕੇ ਥਰੂ ਕਮਿਊਨਿਟੀ ਟਾਕਸ, ਇਵੈਂਟਸ ਜਿਹੜੇ ਮੈਂ ਕੁਝ ਆਰਗੇਨਾਈਜ਼ ਕਰਦੀ ਹਾਂ, ਪਬਲਿਕ ਇਵੈਂਟਸ ਦੇ ਵਿੱਚ ਜਾ ਕੇ ਬੋਲਦੀ ਹਾਂ, ਇਨਫੋਰਮੇਸ਼ਨ ਸ਼ੇਅਰ ਕਰਦੀ ਹਾਂ ਕਿ ਅਸੀਂ ਕਮਿਊਨਿਟੀ ਦੀ ਜਿਹੜੀ ਅਸੀਂ ਰਿਸਰਚ ਕੀਤੀ ਹੈ, ਕਮਿਊਨਿਟੀ ਇੰਗੇਜ ਰਿਸਰਚ ਉਹਨੂੰ ਕਹਿ ਦਿੰਦੇ ਹਾਂ, ਅਸੀਂ ਉਹ ਤੋਂ ਕੀ ਸਿੱਖਿਆ ਤੇ ਐਜ਼ ਕਮਿਊਨਿਟੀ ਸਾਡੇ ਕੀ ਬੈਰੀਅਰਸ ਨੇ ਆਰਗਨ ਡੋਨੇਸ਼ਨ ਲਈ। ਸੋ ਅਸੀਂ ਉਹ ਜਾ ਕੇ ਡਿਸਕਸ ਕਰਦੇ ਹਾਂ ਕਮਿਊਨਿਟੀ ਲਈ। ਹੁਣ ਸਾਨੂੰ 6 ਸਾਲ ਹੋ ਗਏ, ਕਮਿਊਨਿਟੀ ਦਾ ਬਹੁਤ ਵਧੀਆ ਰਿਸਪੌਂਸ ਆਉਂਦਾ ਹੈ ਕਿਉਂਕਿ ਅਸੀਂ ਵੱਡੇ ਇਵੈਂਟਸ ਤੇ ਵੀ ਜਾ ਕੇ ਬੋਲਦੇ ਹਾਂ। ਐਂਡ ਸਿਰਫ ਮੈਂ ਨਹੀਂ, ਕੁਝ ਪੇਸ਼ੈਂਟਸ ਨੂੰ ਵੀ ਇਨਵਾਈਟ ਕਰੀਦਾ ਹੈ, ਲਿਵਿੰਗ ਕਿਡਨੀ ਡੋਨਰਸ ਨੂੰ ਇਨਵਾਈਟ ਕਰੀਦਾ ਜਿਨ੍ਹਾਂ ਨੇ ਕਿਡਨੀ ਡੋਨੇਟ ਕੀਤੀ ਹੈ, ਫਿਜ਼ੀਸ਼ੀਅਨਸ ਨੂੰ ਵੀ ਇਨਵਾਈਟ ਕਰੀਦਾ। ਸੋ ਆਈ ਥਿੰਕ ਹੁਣ ਕਮਿਊਨਿਟੀ ਦਾ ਜਿਹੜਾ ਕੰਫਰਟ ਹੈਗਾ ਇਸ ਟੌਪਿਕ ਨੂੰ ਲੈ ਕੇ ਉਹ ਕਾਫੀ ਬੈਟਰ ਹੋਇਆ ਅੱਗੇ ਨਾਲੋਂ, ਕਿਉਂਕਿ ਪਹਿਲਾਂ ਬਿਲਕੁਲ ਇਨਫੋਰਮੇਸ਼ਨ ਨਹੀਂ ਸੀਗੀ। ਹੁਣ ਐਟਲੀਸਟ ਕਮਿਊਨਿਟੀ ਨੂੰ ਪਤਾ ਕਿ ਕੁਝ ਲੋਕ ਸਾਡੇ ਕਮਿਊਨਿਟੀ ਦੇ ਨੇ, ਪੰਜਾਬੀ ਬੋਲਦੇ ਨੇ, ਜਾਂ ਸਾਡੀ ਕਮਿਊਨਿਟੀ 'ਚੋਂ ਪੇਸ਼ੈਂਟਸ ਹੈਗੇ ਨੇ, ਜਾਂ ਸਾਡੀ ਕਮਿਊਨਿਟੀ 'ਚੋਂ ਕਿਡਨੀ ਡੋਨਰਸ ਹੈਗੇ ਨੇ ਜਿਨ੍ਹਾਂ ਨੇ ਕਿਡਨੀ ਡੋਨੇਟ ਕੀਤੀ ਹੋਈ ਹੈ। ਸੋ ਹੁਣ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਸਟੋਰੀਜ਼ ਆਮ ਜਿਹੜੇ ਸਾਡੇ ਕਮਿਊਨਿਟੀ ਮੈਂਬਰ ਉਹਨਾਂ ਤੱਕ ਪਹੁੰਚਣ। ਬਿਲਕੁਲ। ਦੂਸਰਾ ਜਤਿੰਦਰ, ਸਰੀ ਦੀ ਜੇ ਗੱਲ ਕਰੀਏ, ਸਰੀ ਦੇ ਵਿੱਚ ਮੋਸਟਲੀ ਹਸਪੀਟਲ ਦੇ ਵਿੱਚ ਪੰਜਾਬੀ ਸਪੀਕਿੰਗ ਨਰਸਿਸ ਵੀ ਹੈਗੀਆਂ, ਲੇਕਿਨ ਅਸੀਂ ਅੱਗੇ ਚਲੇ ਜਾਈਏ, ਬਰਨਬੀ, ਰਿਚਮੰਡ ਚਲੇ ਜਾਈਏ, ਵੈਂਕੂਵਰ ਚਲੇ ਜਾਈਏ, ਉੱਥੇ ਰੇਸ਼ੋ ਥੋੜੀ ਘੱਟ ਹੈ ਹਸਪੀਟਲਸ ਦੇ ਵਿੱਚ। ਤੇ ਜਿਹੜੀ ਪੰਜਾਬੀ 'ਚ ਇਨਫੋਰਮੇਸ਼ਨ ਆ ਹੈਲਥ ਕੇਅਰ ਨੂੰ ਲੈ ਕੇ ਉਹ ਪ੍ਰੋਪਰ ਵੇ ਨਾਲ ਬਾਹਰ ਨਹੀਂ ਆ ਪਾਉਂਦੀ, ਉਸ ਰਿਲੇਟਡ ਵੀ ਤੁਸੀਂ ਕਰਦੇ ਹੋ ਕੰਮ? ਹਾਂਜੀ। ਸੋ ਮੇਰਾ ਇੱਕ ਪੈਸ਼ਨ ਪ੍ਰੋਜੈਕਟ ਤੁਸੀਂ ਕਹਿ ਸਕਦੇ ਹੋ, ਵਾਲੰਟੀਅਰ ਪ੍ਰੋਜੈਕਟ ਕਹਿ ਸਕਦੇ ਹੋ, ਕਿ ਮੈਂ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਟੌਪਿਕ ਤੇ ਕਾਫੀ ਕੰਮ ਕੀਤਾ ਹੈ। ਇੱਕ ਚੀਜ਼ ਇਹ ਹੈ ਕਿ ਜਿਹੜੀ ਸਾਡੀ ਇਨਫੋਰਮੇਸ਼ਨ ਹੈ, ਜਿਹੜੀ ਹੈਲਥ ਰਿਲੇਟਡ ਹੈਗੀ ਹੈ, ਹਰ ਚੀਜ਼ ਪੰਜਾਬੀ 'ਚ ਅਵੇਲੇਬਲ ਨਹੀਂ ਹੈਗੀ। ਕੁਝ ਇਨਫੋਰਮੇਸ਼ਨ ਪੰਜਾਬੀ 'ਚ ਟ੍ਰਾਂਸਲੇਟ ਕੀਤੀ ਹੋਈ ਹੈ, ਤੇ ਜਿਹੜੀ ਇਨਫੋਰਮੇਸ਼ਨ ਪੰਜਾਬੀ ਲੈਂਗੁਏਜ ਟ੍ਰਾਂਸਲੇਟ ਕੀਤੀ ਹੋਈ ਹੈ ਉਹਦੀ ਕੁਆਲਿਟੀ ਆਫ ਟ੍ਰਾਂਸਲੇਸ਼ਨ, ਕਈ ਵਾਰ ਗਲਤੀਆਂ ਬਹੁਤ ਹੁੰਦੀਆਂ ਨੇ, ਲੈਂਗੁਏਜ ਬਹੁਤ ਹੀ ਕੰਪਲਿਕੇਟਡ ਹੈ, ਜਾਂ AI ਦੀ ਯੂਜ਼ ਨਾਲ ਉਹਨੂੰ ਟ੍ਰਾਂਸਲੇਟ ਕੀਤਾ ਗਿਆ ਜਿੱਥੇ ਉਹ ਐਕਚੁਅਲੀ ਪੰਜਾਬੀ ਲੈਂਗੁਏਜ ਦੀ ਚੰਗੀ ਤਰ੍ਹਾਂ ਸਮਝਦੇ ਨਹੀਂ। ਸੋ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਐਕੂਰੇਟ ਨਹੀਂ ਹੈਗੀ, ਪੂਰੀ ਤਰ੍ਹਾਂ ਉਹਨੂੰ ਸਮਝਿਆ ਨਹੀਂ ਜਾ ਸਕਦਾ। ਜਿਹੜੀ ਕਮਿਊਨਿਟੀ ਦੇ ਹਿਸਾਬ ਨਾਲ ਕਲਚਰਲ ਸੈਂਸਿਟਿਵਿਟੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਾਂ ਕਲਚਰਲ ਸੇਫਟੀ ਕਹਿ ਦਿੰਦੇ ਹਾਂ, ਕਿ ਸਾਡੀ ਕਮਿਊਨਿਟੀ ਲਈ ਉਹ ਇਨਫੋਰਮੇਸ਼ਨ ਸੇਫ ਹੈ ਕੰਜ਼ਿਊਮ ਕਰਨ ਲਈ, ਉਹਨਾਂ ਨੂੰ ਸਮਝ ਆ ਰਹੀ ਕਿ ਨਹੀਂ। ਸੋ ਉਹ ਕੁਝ ਕਮੀਆਂ ਨੇ, ਇਸ ਕਰਕੇ ਮੈਂ ਇੱਕ ਇਵੈਂਟ ਵੀ ਕੀਤਾ ਸੀਗਾ ਕਿ ਜਿਹੜੇ ਸਾਡੇ ਪੰਜਾਬੀ ਬੋਲਣ ਵਾਲੇ ਪੇਸ਼ੈਂਟਸ ਨੇ ਉਹਨਾਂ ਨੂੰ ਹੈਲਥ ਕੇਅਰ ਦੇ ਵਿੱਚ ਕੀ ਬੈਰੀਅਰਸ ਆਉਂਦੇ ਨੇ। ਸੋ ਅਸੀਂ ਜਿਹੜੀ ਸਾਡੀ ਡਿਸਕਸ਼ਨ ਹੋਈ ਉਹਦੇ ਵਿੱਚ ਕਿਡਨੀ ਟ੍ਰਾਂਸਪਲਾਂਟ ਦੇ ਡਾਕਟਰ ਸੀ, ਇੱਕ ਕਿਡਨੀ ਟ੍ਰਾਂਸਪਲਾਂਟ ਜਿਨ੍ਹਾਂ ਦਾ ਹੋਇਆ ਪੇਸ਼ੈਂਟ ਸੀਗੇ, ਇੱਕ ਫੈਮਿਲੀ ਡਾਕਟਰ ਸੀਗੇ।
ਸੋ ਇੱਕ ਬੜਾ ਇੰਟਰਸਟਿੰਗ ਐਸਪੈਕਟ ਜੋ ਸਾਹਮਣੇ ਆਇਆ ਕਿ ਸਾਡੀ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਜਾਂ ਤੁਸੀਂ ਆਮ ਲਾ ਲਓ ਕਿ ਉਹਨਾਂ ਨੂੰ ਆਪਣੀ ਬੋਡੀ ਪਾਰਟਸ ਦੇ ਨਾਮ ਜਾਂ ਬੋਡੀ ਬਾਰੇ ਉਨੀ ਜ਼ਿਆਦਾ ਨੌਲੇਜ ਨਹੀਂ ਹੈਗੀ। ਸੋ ਜਦੋਂ ਅਸੀਂ ਮਤਲਬ ਹੈਲਥ ਕੇਅਰ ਦੇ ਵਿੱਚ ਡਾਕਟਰਸ ਹੋ ਸਕਦਾ ਅਸਿਊਮ ਕਰਦੇ ਹੋਣ ਕਿ ਇਹਨਾਂ ਨੂੰ ਪਤਾ ਹੈ ਕਿ ਇਹ ਸਿਸਟਮ ਕਿਵੇਂ ਵਰਕ ਕਰਦਾ ਹੈਲਥ ਦਾ, ਬਟ ਉਹ ਸਾਡੀ ਕਮਿਊਨਿਟੀ ਦੇ ਵਿੱਚ ਹੈਲਥ ਦੀ ਉਨੀ ਇਨਫੋਰਮੇਸ਼ਨ ਹੈ ਨਹੀਂ ਹੈ। ਸੋ ਅਸੀਂ ਆਪਣੇ ਸਿੰਪਟਮਸ ਨੂੰ ਐਕਸਪਲੇਨ ਕਰਨ 'ਚ ਜਾਂ ਸਮਝਣ ਦੇ ਵਿੱਚ ਉਹ ਸਾਡਾ ਇੱਕ ਇੰਪੋਰਟੈਂਟ ਬੈਰੀਅਰ ਹੈਗਾ। ਦੂਜਾ ਇੰਪੋਰਟੈਂਟ ਬੈਰੀਅਰ ਲੈਂਗੁਏਜ ਵੀ ਹੈਗੀ ਹੈ ਕਿ ਜੇ ਤੁਹਾਡੇ ਡਾਕਟਰ ਪੰਜਾਬੀ ਬੋਲਣ ਵਾਲੇ ਨਹੀਂ ਹੈਗੇ ਜਾਂ ਜਿਹਦੇ ਨਾਲ ਵੀ ਤੁਸੀਂ ਹੈਲਥ ਕੇਅਰ 'ਚ ਇੰਟਰੈਕਟ ਕਰ ਰਹੇ ਹੋ ਪੰਜਾਬੀ ਬੋਲਣ ਵਾਲੇ ਨਹੀਂ ਹੈਗੇ, ਤੁਸੀਂ ਉਹ ਸਭ ਇੱਕ ਇੰਟਰਪ੍ਰੇਟਰ ਨੇ ਯੂਜ਼ ਕਰੋ। ਸੋ ਉਸ ਇੰਟਰਪ੍ਰੇਟਰ ਦੀ ਟ੍ਰੇਨਿੰਗ ਜਾਂ ਉਹਨਾਂ ਦੀ ਇਨਫੋਰਮੇਸ਼ਨ, ਉਹਨਾਂ ਦੀ ਨੌਲੇਜ ਉਸ ਪਰਟੀਕੁਲਰ ਕੰਟੈਕਸਟ ਵਿੱਚ ਕਿੰਨੀ ਹੈ। ਸੋ ਉਹ ਕਾਫੀ ਬੈਰੀਅਰਸ ਬਾਰੇ ਗੱਲ ਹੋਈ ਜਿਹੜੀ ਸਾਡੀ ਆਡੀਅנס ਨੇ ਵੀ ਸ਼ੇਅਰ ਕੀਤਾ। ਜੀ, ਤੇ ਤੁਸੀਂ ਆਪਣੇ ਲੈਵਲ ਤੇ ਕੰਮ ਕਰ ਰਹੇ ਹੋ, ਬਟ ਤੁਹਾਨੂੰ ਕੀ ਲੱਗਦਾ ਹੈ ਬੈਰੀਅਰਸ ਕਿਵੇਂ ਦੂਰ ਕੀਤੇ ਜਾ ਸਕਦੇ? ਗਵਰਨਮੈਂਟ ਦੀ ਇਨਵੋਲਵਮੈਂਟ ਚਾਹੀਦੀ ਹੈ ਜਾਂ ਕਮਿਊਨਿਟੀਜ਼ ਨੂੰ ਹੀ ਅੱਗੇ ਆਉਣਾ ਪਏਗਾ? ਕਿਸ ਤਰ੍ਹਾਂ ਕੰਮ ਹੋਏਗਾ? ਹਾਂਜੀ, ਇੱਕ ਤਾਂ ਇਹ ਹੈਗਾ ਕਿ ਜਿਹੜੀ ਜਿਹੜੀ ਸਾਡੀ ਹੈਲਥ ਕੇਅਰ ਵਰਕਫੋਰਸ ਹੈਗੀ ਆ ਉਹ ਮਲਟੀਪਲ ਲੈਂਗੁਏਜਸ ਬੋਲਦੇ ਹੋਣ, ਸੋ ਉਹਦੇ 'ਚ ਰੈਪਰੈਜ਼ੈਂਟੇਸ਼ਨ ਇਨਕਰੀਜ਼ ਹੁੰਦੀ ਹੈ। ਜਿਹੜੇ ਸਾਡੇ ਇੰਟਰਪ੍ਰੇਟਰਸ ਵੀ ਨੇ ਜਿਹੜੇ ਹੈਲਥ ਕੇਅਰ 'ਚ ਕੰਮ ਕਰਦੇ ਆ ਉਹਨਾਂ ਦੀ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਹੈ ਤਾਂ ਕਿ ਸਾਰੇ ਇੰਟਰਪ੍ਰੇਟਰਸ ਦੀ ਜਿਹੜੀ ਨੌਲੇਜ ਹੈ ਸੇਮ ਪੇਜ ਤੇ ਹੋਣ। ਸੋ ਉਹ ਵੀ ਜ਼ਰੂਰੀ ਹੈਗੀ ਹੈ, ਉਹ ਇੱਕ ਚੀਜ਼ ਮਿਸਿੰਗ ਹੈ। ਟ੍ਰਾਂਸਲੇਸ਼ਨਸ ਲਈ ਮੈਂ ਪਾਰਟਿਕੂਲਰਲੀ ਕਹੂੰਗੀ ਕਿ ਕਮਿਊਨਿਟੀ ਰਿਵਿਊ ਹੋਣਾ ਚਾਹੀਦਾ ਹੈ। ਸੋ ਯੂਜੂਅਲੀ ਹੁਣ ਕਿਵੇਂ ਚੱਲਦਾ ਸਿਸਟਮ ਕਿ ਇੰਗਲਿਸ਼ ਕੋਈ ਡਾਕੂਮੈਂਟ ਤਿਆਰ ਹੁੰਦਾ ਉਹਨੂੰ ਪੰਜਾਬੀ 'ਚ ਟ੍ਰਾਂਸਲੇਟ ਕੀਤਾ ਜਾਂਦਾ ਹੈ ਤੇ ਉਹਨੂੰ ਫਿਰ ਯੂਜ਼ ਕੀਤਾ ਜਾਂਦਾ ਹੈ। ਬਟ ਉਹ ਜਿਹੜੀ ਟ੍ਰਾਂਸਲੇਸ਼ਨ ਦੀ ਵੈਟਿੰਗ ਹੈ ਕਿ ਉਹ ਸਹੀ ਹੈ ਕਿ ਨਹੀਂ ਹੈ ਜਾਂ ਉਹਦੇ 'ਚ ਕੀ ਕਮੀ ਹੈ, ਉਹਨੂੰ ਕਿਵੇਂ ਬਿਹਤਰ ਬਣਾਇਆ ਜਾ ਸਕੇ, ਜਿਹੜੇ ਪੇਸ਼ੈਂਟਸ ਲਈ ਉਹ ਬਣਾਇਆ ਜਾ ਰਿਹਾ ਉਹਨਾਂ ਨੂੰ ਸਮਝ ਆ ਰਿਹਾ ਕਿ ਨਹੀਂ ਆ ਰਿਹਾ। ਮੈਂ ਤੁਹਾਨੂੰ ਇਹਦਾ ਐਗਜ਼ਾਮਪਲ ਦੇ ਦਿੰਦੀ ਹਾਂ। ਮੇਰੇ ਕੋਲ ਇੱਕ ਕੰਸੈਂਟ ਫਾਰਮ ਕਿਸੇ ਨੇ ਸ਼ੇਅਰ ਕੀਤਾ, ਫਿਜ਼ੀਸ਼ੀਅਨ ਨੇ। ਸੋ ਔਰਤਾਂ ਦੇ ਜਿਹੜੇ ਹੈਰੀਡਿਟਰੀ ਜੈਨੇਟਿਕ ਜੋ ਉਹਨਾਂ ਦੇ ਕੈਂਸਰਸ ਹੁੰਦੇ ਨੇ ਉਹਦੀ ਸਕਰੀਨਿੰਗ ਲਈ ਉਹ ਯੂਜ਼ ਕੀਤਾ ਜਾਂਦਾ ਹੈਗਾ ਜਿਹੜਾ ਕੰਸੈਂਟ ਫਾਰਮ ਹੈ। ਜੀ, ਉਹਨਾਂ ਨੇ ਮੈਨੂੰ ਭੇਜਿਆ ਕਿ ਰੀਤਿੰਦਰ ਤੁਸੀਂ ਪੰਜਾਬੀ ਪੜ੍ਹਾਉਂਦੇ SFU 'ਚ ਤੁਹਾਡੀ ਐਕਸਪਰਟੀਜ਼ ਹੈ, ਤੁਸੀਂ ਇਹਨੂੰ ਰਿਵਿਊ ਕਰ ਸਕਦੇ ਹੋ, ਦੇਖ ਸਕਦੇ ਹੋ। ਹਾਂਜੀ, ਸੋ ਉਹ ਕੰਸੈਂਟ ਫਾਰਮ ਦੇ ਵਿੱਚ ਇੱਕ ਵੀ ਵਰਡ ਸਹੀ ਨਹੀਂ ਸੀਗਾ, ਉਹ ਟਾਈਮੋਲੋਜੀਕਲੀ ਬਿਲਕੁਲ ਹੀ ਗਲਤ ਸੀਗਾ। ਸੋ ਹੁਣ ਉੱਥੇ ਕੀ ਹੈ, ਜਿਹੜੇ ਫਿਜ਼ੀਸ਼ੀਅਨਸ ਨੇ ਜਿਹੜੇ ਪੰਜਾਬੀ ਨਹੀਂ ਉਹ ਸੋਚਦੇ ਨੇ ਕਿ ਇਸ ਕਮਿਊਨਿਟੀ ਦੀਆਂ ਔਰਤਾਂ ਇਹ ਪਰਟੀਕੁਲਰ ਸਕਰੀਨਿੰਗ ਨਹੀਂ ਕਰਵਾਉਂਦੀਆਂ ਜਾਂ ਉਹਦੇ ਲਈ ਕੰਸੈਂਟ ਨਹੀਂ ਦਿੰਦੀਆਂ। ਬਟ ਬੈਰੀਅਰ ਇਹ ਹੈ ਕਿ ਜਿਹੜਾ ਕੰਸੈਂਟ ਫਾਰਮ ਉਹਨਾਂ ਨੂੰ ਦਿੱਤਾ ਜਾ ਰਿਹਾ ਉਹ ਕੁਛ ਉਹਦੇ 'ਚ ਹੈ ਹੀ ਨਹੀਂ ਕਿ ਜੋ ਉਹਨਾਂ ਨੂੰ ਸਮਝ ਆਵੇ। ਸੋ ਕੰਸੈਂਟ ਤੁਸੀਂ ਉਸੇ ਚੀਜ਼ ਦੀ ਦਿਓਗੇ ਜੋ ਤੁਹਾਨੂੰ ਸਮਝ ਆਊਗੀ। ਸੋ ਜੇ ਕਿਸੇ ਨੇ ਉਹਨੂੰ ਰਿਵਿਊ ਕੀਤਾ ਹੁੰਦਾ, ਕੋਈ ਕਮਿਊਨਿਟੀ ਰਿਵਿਊ ਜਾਂ ਪੇਸ਼ੈਂਟ ਰਿਵਿਊ ਹੋਇਆ ਹੁੰਦਾ, ਸੋ ਉਹਨਾਂ ਨੇ ਗਲਤੀ ਫੜ ਲੈਣੀ ਸੀ। ਬਟ ਕਿਉਂਕਿ ਉਹ ਟ੍ਰਾਂਸਲੇਟਰ ਤੇ ਡਿਪੈਂਡ ਹੋਏ ਜਾਂ AI ਤੇ ਡਿਪੈਂਡ ਹੋਏ, ਜਿਵੇਂ ਵੀ ਉਹਨੂੰ ਕੀਤਾ ਗਿਆ ਟ੍ਰਾਂਸਲੇਟ, ਯਾ ਸੋ ਮਤਲਬ ਟਾਈਪੋਲੋਜੀਕਲੀ ਬਿਲਕੁਲ ਗਲਤ ਸੀ। ਉਹ ਐਕਚੁਅਲੀ ਵਰਕ ਆਫ AI ਵੀ ਨਹੀਂ ਸੀਗਾ, ਉਹ 'ਚ ਸ਼ਾਇਦ ਕੁਛ ਠੀਕ ਹੁੰਦਾ। ਬਟ ਸੋ ਉਸ ਤਰੀਕੇ ਦੀਆਂ ਚੀਜ਼ਾਂ ਨੇ ਉਹ ਹੈਗੀਆਂ ਨੇ ਹਜੇ ਵੀ ਉਹ ਬੈਰੀਅਰਸ ਸਪੇਸ਼ੀਅਸਲੀ, ਜਿਹਦੇ ਲਈ ਸਾਨੂੰ ਐਡਵੋਕੇਟ ਕਰਨਾ ਚਾਹੀਦਾ ਸਟਰੋਂਗਲੀ। ਜੀ। ਤੇ ਜਦੋਂ ਤੁਸੀਂ ਇਵੈਂਟ ਆਰਗੇਨਾਈਜ਼ ਕਰਵਾਉਂਦੇ ਹੋ ਇਹਨਾਂ ਚੀਜ਼ਾਂ ਨੂੰ ਲੈ ਕੇ, ਪੰਜਾਬੀ ਲੈਂਗੁਏਜ ਨੂੰ ਲੈ ਕੇ ਜਾਂ ਟ੍ਰਾਂਸਲੇਸ਼ਨਸ ਨੂੰ ਲੈ ਕੇ ਜਾਂ ਆਰਗਨ ਡੋਨੇਸ਼ਨ, ਸਪੈਸ਼ਲੀ ਮੈਂ ਆਰਗਨ ਡੋਨੇਸ਼ਨ ਦੀ ਗੱਲ ਕਰਨਾ ਚਾਹੂੰਗੀ ਕਿ ਲੋਕਾਂ 'ਚ ਹੁਣ ਅਵੇਅਰਨੈਸ ਹੈਗੀ ਹੈ, ਪਹਿਲਾਂ ਨਹੀਂ ਸੀ। ਪਹਿਲਾਂ ਲੋਕੀ ਇਹਨਾਂ ਚੀਜ਼ਾਂ ਤੋਂ ਭੱਜਦੇ ਸੀਗੇ, ਰਾਈਟ? ਈਵਨ ਦੋ ਮੀਡੀਆ ਦੇ ਉੱਪਰ ਵੀ ਇੰਨੀ ਗੱਲਬਾਤ ਨਹੀਂ ਹੁੰਦੀ ਸੀਗੀ, ਤੇ ਹੁਣ ਲੋਕਾਂ ਨੂੰ ਅਵੇਅਰਨੈਸ ਹੈਗੀ ਹੈ। ਹਾਂਜੀ, ਹੁਣ ਮੈਂ ਕਹੂੰਗੀ ਕਿ ਕਿਉਂਕਿ ਅਸੀਂ ਬਹੁਤ ਜ਼ਿਆਦਾ ਰੇਡੀਓ ਤੇ ਜਾਂਦੇ ਹਾਂ, ਪੰਜਾਬੀ ਇਵੈਂਟਸ ਤੇ ਬੋਲਦੇ ਹਾਂ, ਸੋਸ਼ਲ ਮੀਡੀਆ ਤੇ ਐਕਟਿਵਲੀ ਇੰਗੇਜ ਕਰਦੇ ਕਮਿਊਨਿਟੀ ਨਾਲ। ਸੋ ਆਈ ਥਿੰਕ ਮੈਂ ਇਹ ਨਹੀਂ ਕਹੂੰਗੀ ਕਿ ਸਭ ਨੂੰ ਪਤਾ ਹੈ, ਬਟ ਕਾਫੀ ਲੋਕਾਂ ਨੂੰ ਜਿਹੜੇ ਕਿ ਸੋਸ਼ਲ ਮੀਡੀਆ ਤੇ ਐਕਟਿਵ ਨੇ ਇੰਗੇਜ ਕਰਦੇ ਨੇ ਜਾਂ ਸਾਡੇ ਇਵੈਂਟਸ ਤੇ ਆਉਂਦੇ ਨੇ, ਉਹਨਾਂ ਨੂੰ ਪਤਾ ਲੱਗ ਰਿਹਾ ਹੌਲੀ ਹੌਲੀ। ਤੇ ਮੈਂ ਅਪ੍ਰੈਲ ਆਰਗਨ ਡੋਨੇਸ਼ਨ ਅਵੇਅਰਨੈਸ ਮੰਥ ਹੁੰਦਾ, ਉਦੋਂ ਇਵੈਂਟ ਕੀਤਾ ਸੀ, ਇੱਕ ਇਨੀਸ਼ੀਏਟਿਵ ਫਾਊਂਡ ਕੀਤਾ ਗੱਲਬਾਤ। ਜੀ। ਸੋ ਸਾਨੂੰ ਲੱਗਿਆ ਰਿਸਰਚ ਤੋਂ ਅਸੀਂ ਇਹ ਸਮਝਿਆ ਕਿ ਅਸੀਂ ਕਮਿਊਨਿਟੀ 'ਚ ਕੋਈ ਇਨਫੋਰਮੇਸ਼ਨ ਐ ਨਹੀਂ ਦੇਣਾ ਚਾਹੁੰਦੇ ਕਿ ਸਾਨੂੰ ਸਭ ਪਤਾ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਅਸੀਂ ਐਕਚੁਅਲੀ ਕਨਵਰਸੇਸ਼ਨ ਕਰਨਾ ਚਾਹੁੰਦੇ ਹਾਂ ਕਿ ਅਸੀਂ ਖੁੱਲ੍ਹ ਕੇ ਗੱਲਬਾਤ ਕਰੀਏ। ਤੇ ਆਰਗਨ ਡੋਨੇਸ਼ਨ, ਕਿਡਨੀ ਟ੍ਰਾਂਸਪਲਾਂਟ ਸੈਂਸਿਟਿਵ ਟੌਪਿਕਸ ਨੇ ਜਿਹਨਾਂ ਤੇ ਅਸੀਂ ਖੁੱਲ੍ਹ ਕੇ ਗੱਲਬਾਤ ਕਰਨਾ ਚਾਹੁੰਦੇ ਹਾਂ। ਸੋ ਉਹ ਇਵੈਂਟ ਬਹੁਤ ਸਕਸੈਸਫੁਲ ਸੀਗਾ। ਜਿਹੜੇ ਕਮਿਊਨਿਟੀ ਮੈਂਬਰਸ ਆਏ ਸੀ ਉਹਨਾਂ ਨੇ ਇਹ ਜ਼ਰੂਰ ਫੀਡਬੈਕ ਦਿੱਤੀ ਕਿ ਅਸੀਂ ਜਦੋਂ ਆਏ ਸੀ ਇਵੈਂਟ ਤੇ ਸਾਨੂੰ ਲੱਗਿਆ ਕਿ ਜਿਵੇਂ ਹੈਲਥ ਇਵੈਂਟਸ ਹੁੰਦੇ ਆਮ ਉਵੇਂ ਹੋਊਗਾ, ਅਸੀਂ ਚਲੋ ਇਨਫੋਰਮੇਸ਼ਨ ਲੈ ਆਵਾਂਗੇ। ਬਟ ਉਹ ਕਹਿੰਦੇ ਸਾਨੂੰ ਇੰਨਾ ਇੰਟਰਸਟਿੰਗ ਲੱਗਿਆ ਕਿਉਂਕਿ ਅਸੀਂ ਆਪਣੇ ਰਿਸਰਚ ਤੋਂ ਸਿੱਖਿਆ ਸੀ ਕਿ ਸਾਡੀ ਪੰਜਾਬੀ ਕਮਿਊਨਿਟੀ ਨੂੰ ਸਟੋਰੀ ਟੈਲਿੰਗ
ਕਹਾਣੀਆਂ ਦੇ ਯੂ نو ਦੇ ਤੌਰ ਤੇ ਕੋਈ ਚੀਜ਼ਾਂ ਜੇ ਦੱਸੀਆਂ ਜਾਣ ਤਾਂ ਉਹਨਾਂ ਨੂੰ ਵਧੀਆ ਲੱਗਦੀਆਂ, ਉਹਨਾਂ ਨੂੰ ਸਮਝ ਆਉਂਦੀਆਂ, ਉਹ ਉਹਨਾਂ ਨੂੰ ਪਸੰਦ ਕਰਦੇ ਨੇ। ਸੋ ਉਸ ਇਵੈਂਟ ਦਾ ਜਿਹੜਾ ਫਾਰਮੈਟ ਸੀਗਾ ਉਹ ਇਹੀ ਸੀਗਾ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੇ ਕਿਡਨੀ ਜਿਹਨਾਂ ਨੂੰ ਚਾਹੀਦੀ ਹੈ ਜਾਂ ਜਿਨ੍ਹਾਂ ਦਾ ਟ੍ਰਾਂਸਪਲਾਂਟ ਹੋਇਆ ਉਹਨਾਂ ਦੇ ਫੈਮਿਲੀ ਮੈਂਬਰਸ ਆ ਕੇ ਬੋਲੇ ਕਿ ਦੇਖੋ ਸਾਡੀ ਫੈਮਿਲੀ 'ਚ ਕੋਈ ਪੇਸ਼ੈਂਟ ਸੀਗਾ ਤੇ ਉਹਦੇ ਨਾਲ ਸਾਡੀ ਲਾਈਫ ਤੇ ਇਹ ਇੰਪੈਕਟ ਪਿਆ। ਉਸ ਤੋਂ ਪਿੱਛੋਂ ਜਿਨ੍ਹਾਂ ਦਾ ਟ੍ਰਾਂਸਪਲਾਂਟ ਹੋਇਆ ਹੈ, ਉਹ ਬੋਲੇ। ਐਂਡ ਦੈਨ ਜਿਨ੍ਹਾਂ ਨੇ ਕਿਡਨੀ ਡੋਨੇਟ ਕੀਤੀ ਆ ਉਹਨਾਂ ਨੇ ਆਪਣੀਆਂ ਸਟੋਰੀਜ਼ ਸ਼ੇਅਰ ਕੀਤੀਆਂ ਕਿ ਉਹਨਾਂ ਨੇ ਡਿਸੀਜਨ ਕਿਵੇਂ ਲਿਆ, ਉਹਨਾਂ ਦੀ ਫੈਮਿਲੀ ਨੇ ਕਿਵੇਂ ਰਿਐਕਟ ਕੀਤਾ। ਜਿਹੜੀ ਆਮ ਗੱਲਾਂ ਹੁੰਦੀਆਂ ਨਾ ਕਿ ਮੇਰੇ ਮੰਮਾ ਨੇ ਕਿਹਾ, ਮੇਰੇ ਪਾਪਾ ਨੇ, ਇਮੋਸ਼ਨਲ ਗੱਲਾਂ ਜੋ ਕਨਵਰਸੇਸ਼ਨਸ ਹੁੰਦੀਆਂ ਉਹਨਾਂ ਨੇ ਖੁੱਲ ਕੇ ਸ਼ੇਅਰ ਕੀਤੀਆਂ ਕਿ ਮੇਰੇ ਪੇਰੈਂਟਸ ਨੇ ਕਿਵੇਂ ਰਿਐਕਟ ਕੀਤਾ ਨਾ। ਜਿਵੇਂ ਕਿ ਡੋਨਰ ਨੇ ਕਿਹਾ ਕਿ ਆਮ ਟੂ ਯੰਗ, ਤੇ ਕਿਉਂਕਿ ਉਹ ਅਰਲੀ ਜਿਵੇਂ 30s 'ਚ ਸੀਗੇ ਜਦੋਂ ਉਹਨਾਂ ਨੇ ਡੋਨੇਟ ਕੀਤਾ। ਸੋ ਉਸ ਤਰੀਕੇ ਦੀਆਂ ਆਮ ਕਨਵਰਸੇਸ਼ਨਸ ਹੁੰਦੀਆਂ ਨੇ। ਰੇਸ਼ੋ ਕੀ ਹੈ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ? ਫੀਮੇਲਸ ਦੀ ਜ਼ਿਆਦਾ ਹੈ ਕਿ ਮੇਲਸ ਦੀ ਜ਼ਿਆਦਾ ਹੈ? ਸੋ ਜਿਹੜੀ ਕਿਡਨੀ ਡੋਨੇਸ਼ਨ ਹੈ ਉਹਦੇ 'ਚ ਵਰਲਡ ਵਾਈਡ ਹੀ ਔਰਤਾਂ ਜ਼ਿਆਦਾ ਕਿਡਨੀ ਡੋਨੇਟ ਕਰਦੀਆਂ ਨੇ। ਜਿਹੜਾ ਕਿਡਨੀ ਟ੍ਰਾਂਸਪਲਾਂਟ ਹੁੰਦੇ ਨੇ ਉਹ ਮੇਲਸ ਤੇ ਜ਼ਿਆਦਾ ਹੁੰਦੇ ਨੇ। ਸੋ ਉਹਦੇ 'ਚ ਔਰਤਾਂ ਨੂੰ ਘੱਟ ਕਿਡਨੀ ਮਿਲਦੀ ਹੈ। ਜਿਵੇਂ 60 to 65% ਔਰਤਾਂ ਡੋਨੇਟ ਕਰਦੀਆਂ ਨੇ, ਬਟ 35 ਤੋਂ 40% ਔਰਤਾਂ ਨੂੰ ਕਿਡਨੀ ਟ੍ਰਾਂਸਪਲਾਂਟ ਜਿਵੇਂ ਮਿਲਦਾ ਹੈ। ਸੋ ਇਹ ਵਰਲਡ ਓਵਰ ਹੈ, ਕੈਨੇਡਾ, US, ਇੰਡੀਆ, ਕਿਤੇ ਵੀ ਹਰ ਜਗ੍ਹਾ ਸੇਮ ਹੈਗਾ। ਤੇ ਹੁਣ ਤੁਹਾਡਾ ਸਤੰਬਰ 'ਚ ਇੱਕ ਇਵੈਂਟ ਵੀ ਹੈ ਨਿਊ ਇਮੀਗ੍ਰੈਂਟਸ ਨੂੰ ਲੈ ਕੇ, ਉਹਦੇ ਬਾਰੇ ਵੀ ਦੱਸੋ ਥੋੜਾ। ਸੋ ਜਿਵੇਂ ਮੈਂ ਹੈਲਥ ਰਿਸਰਚਰ ਹਾਂ, ਬਟ ਮੈਂ ਕਿਉਂਕਿ ਖੁਦ ਵੀ ਇਮੀਗ੍ਰੈਂਟ ਹਾਂ, ਮੈਂ ਹਮੇਸ਼ਾ ਨੋਟਿਸ ਕੀਤਾ ਪਿਛਲੇ ਜਦੋਂ ਮੈਂ ਆਈ ਹਾਂ 6 ਸਾਲਾਂ ਦੇ ਵਿੱਚ ਕਿ ਜਿਹੜੇ ਇਮੀਗ੍ਰੈਂਟ ਔਰਤਾਂ ਨੇ ਉਹਨਾਂ 'ਚੋਂ ਕਾਫੀ ਸਕਸੈਸਫੁਲ ਵੀ ਨੇ। ਬਹੁਤ ਵੱਡਾ ਨੰਬਰ ਨਹੀਂ ਹੈਗਾ ਬਟ ਕਾਫੀ ਹੈਗੀਆਂ ਨੇ ਜੋ ਲੀਡਰਸ਼ਿਪ ਪੋਜੀਸ਼ਨਸ ਤੇ ਹੈਗੀਆਂ ਨੇ। ਬਟ ਉਹਨਾਂ ਨੂੰ ਆਪਣੀ ਸਟੋਰੀ ਸਾਂਝੀ ਕਰਨ ਦਾ ਕਿ ਉਹ ਕਾਮਯਾਬ ਕਿਵੇਂ ਹੋਏ ਅਤੇ ਜਿਹੜੀਆਂ ਹੋਰ ਇਮੀਗ੍ਰੈਂਟ ਵੂਮੈਨ ਹੈਗੀਆਂ ਨੇ ਜਿਹੜੀਆਂ ਹੋਰ ਆਏ ਨੇ ਉਹ ਕਿਵੇਂ ਕਾਮਯਾਬ ਹੋ ਸਕਦੇ ਨੇ, ਉਹਨਾਂ ਦੀ ਜਰਨੀ ਤੋਂ ਆਪਾਂ ਕੀ ਸਿੱਖ ਸਕਦੇ ਹਾਂ, ਇਹ ਸਪੇਸ ਮਿਸਿੰਗ ਸੀ। ਸੋ ਮੈਂ ਇੱਕ ਇਨੀਸ਼ੀਏਟਿਵ ਸਟਾਰਟ ਕੀਤਾ, ਰੂਟਡ ਐਂਡ ਰਾਈਜ਼ਿੰਗ, ਜਿਹਦਾ ਅਸੀਂ ਸੀਜ਼ਨ 1 ਪਿਛਲੇ ਸਾਲ ਕੀਤਾ ਸੀ ਐਂਡ ਸੀਜ਼ਨ 2 ਅਪਕਮਿੰਗ ਸੈਪਟੈਂਬਰ 'ਚ ਹੈ। ਸੋ ਆਈਡੀਆ ਇਹ ਹੈ ਕਿ ਇਮੀਗ੍ਰੈਂਟ ਵੂਮੈਨ ਆਪਣੀਆਂ ਸਟੋਰੀਜ਼ ਸ਼ੇਅਰ ਕਰਨ, ਸਕਸੈਸ ਲਈ ਸਾਨੂੰ ਟਿਪਸ ਦੇਣ ਤੇ ਅਸੀਂ ਉਹਨਾਂ ਤੋਂ ਸਿੱਖ ਸਕੀਏ, ਉਹਨਾਂ ਦੀ ਜਰਨੀ ਤੋਂ, ਤੇ ਉਹਨਾਂ ਦੀ ਇੱਕ ਸੇਫ ਸਪੇਸ ਹੋਵੇ ਜਿਹਦੇ ਵਿੱਚ ਅਸੀਂ ਕਨਵਰਸੇਸ਼ਨ ਕਰ ਸਕੀਏ। ਜੀ, ਤੇ ਹੁਣ ਜਿਹੜੇ ਸਾਡੇ ਵਿਊਅਰਸ ਦੇਖ ਰਹੇ ਨੇ, ਸਪੈਸ਼ਲੀ ਜਿਹੜੀਆਂ ਵੂਮਨਸ ਦੇਖ ਰਹੀਆਂ ਨੇ, ਸਮਟਾਈਮਸ ਵੂਮਨਸ ਨੂੰ ਇਹ ਫੀਲ ਹੁੰਦਾ ਹੈ ਕਿ ਅਸੀਂ ਬਾਹਰ ਨਹੀਂ ਜਾਣਾ ਜਾਂ ਘਰੇ ਰਹਿਣਾ ਆ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਹਰ ਵਿਅਕਤੀ ਜੇ ਹਾਰਡ ਵਰਕ ਕਰਦਾ ਤਾਂ ਸਕਸੈਸਫੁਲ ਵੀ ਹੋ ਸਕਦਾ ਆ? ਕੀ ਮੈਸੇਜ ਹੋਗੇ ਇਸ ਬਾਰੇ? ਹਾਂਜੀ, ਸਕਸੈਸ ਤਾਂ ਵੈਸੇ ਆਪਣੇ ਸੋਚਣ ਤੇ ਹੈ ਕਿ ਅਸੀਂ ਸਕਸੈਸ ਦਾ ਕੀ ਮਤਲਬ ਸੋਚਦੇ ਆ। ਬਟ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਮੈਂ ਬੇਸਿਕ ਦੀਆਂ ਚੀਜ਼ਾਂ ਰਿਸਰਚ ਜਾਂ ਯੂਨੀਵਰਸਿਟੀ ਇੰਸਟਰਕਸ਼ਨ ਨੂੰ ਲੈ ਕੇ ਗਈ ਹਾਂ ਕਿ ਲਿੰਕਡਇਨ ਪ੍ਰੋਫਾਈਲ ਇੰਪੋਰਟੈਂਟ ਹੈ ਨੈਟਵਰਕਿੰਗ ਲਈ। ਤੇ ਤੁਸੀਂ ਆਪਣੇ ਫੀਲਡ ਦੇ ਵਿੱਚ ਜਾਂ ਆਪਣੇ ਜਿਹੜਾ ਤੁਹਾਡਾ ਟੀਚਿੰਗ ਏਰੀਆ ਹੈਗਾ ਉਹਦੇ ਵਿੱਚ ਤੁਸੀਂ ਲੋਕਾਂ ਨੂੰ ਦੇਖੋ, ਉਹਨਾਂ ਦੀ ਪ੍ਰੋਫਾਈਲਸ ਦੇਖੋ ਕਿ ਉਹ ਕਿਸ ਤਰੀਕੇ ਦਾ ਕੰਮ ਕਰ ਰਹੇ, ਕਿੱਥੇ ਜੌਬ ਕਰ ਰਹੇ ਨੇ, ਕਿਹੜੇ ਆਰਗੇਨਾਈਜੇਸ਼ਨਸ ਦੇ ਵਿੱਚ ਤੁਸੀਂ ਫਿਟ ਇਨ ਕਰ ਸਕਦੇ ਹੋ। ਤੇ ਕੈਨੇਡੀਅਨ ਜੌਬ ਦੇ ਪਰਸਪੈਕਟਿਵ ਨਾਲ ਤੁਸੀਂ ਲੈਂਗੁਏਜ ਸਕਿੱਲਸ ਨੂੰ ਵੀ ਇੰਪੋਰਟੈਂਸ ਦਿਓ ਕਿਉਂਕਿ ਉਹ ਵੀ ਤੁਹਾਡੀ ਸਟਰੈਂਥ ਹੈ। ਜੇ ਤੁਸੀਂ ਆਪਣੇ ਫੀਲਡ 'ਚ ਨਹੀਂ ਜਾ ਸਕਦੇ, ਐਟਲੀਸਟ ਯੂਜ਼ ਲੈਂਗੁਏਜ ਸਕਿੱਲਸ ਕਿ ਤੁਸੀਂ ਜੇ ਪੰਜਾਬੀ ਬੋਲਦੇ ਹੋ, ਹਿੰਦੀ ਬੋਲਦੇ ਹੋ, ਕੋਈ ਹੋਰ ਲੈਂਗੁਏਜ ਬੋਲਦੇ ਹੋ, ਉਹਨਾਂ ਦੀ ਲੋੜ ਹੈਗੀ ਹੈ ਕਿਸੇ ਪਰਟੀਕੂਲਰ ਏਰੀਆ ਦੇ ਵਿੱਚ। ਸੋ ਉਹ ਇੱਕ ਤੁਹਾਡੀ ਜੌਬ ਮਾਰਕੀਟ ਹੋ ਸਕਦੀ ਹੈ। ਯੂਨੀਵਰਸਿਟੀ ਟੀਚਿੰਗ ਲਈ ਜਿਵੇਂ ਟੀਚਿੰਗ ਫਿਲੋਸਫੀ ਹੈ, ਕਈ ਚੀਜ਼ਾਂ ਨੇ ਜੋ ਮੈਨੂੰ ਨਹੀਂ ਪਤਾ ਸੀ ਕਿ ਟੀਚਿੰਗ ਫਿਲੋਸਫੀ ਬਾਰੇ ਵੀ ਸੋਚਣਾ ਪੈਣਾ ਤੇ ਲਿਖਣਾ ਪੈਣਾ। ਸੋ ਉਹ ਮੰਗਦੇ ਨੇ ਕਿ ਤੁਸੀਂ ਆਪਣੀ ਟੀਚਿੰਗ ਫਿਲੋਸਫੀ ਦਾ ਇੱਕ ਪੇਜ ਨਾਲ ਅਟੈਚ ਕਰੋ, ਤੁਸੀਂ ਇੱਕ ਸੈਂਪਲ ਕੋਰਸ ਆਊਟਲਾਈਨ ਅਟੈਚ ਕਰੋ। ਸੋ ਉਹ ਸਭ ਚੀਜ਼ਾਂ ਸੋਚਣੀਆਂ ਪੈਣਗੀਆਂ ਜਦੋਂ ਤੁਸੀਂ ਅਪਲਾਈ ਕਰਦੇ ਹੋ। ਸੋ ਜੋ ਤੁਸੀਂ ਵਧੀਆ ਹੈਗੇ ਹੋ, ਤੁਸੀਂ ਵਧੀਆ ਕੋਈ ਕੋਰਸ ਪੜ੍ਹਾਉਣਾ ਚਾਹੁੰਦੇ ਹੋ ਤੇ ਆਈ ਥਿੰਕ ਉਹਦੀ ਡਿਮਾਂਡ ਹੈਗੀ ਹੈ। ਬਟ ਤੁਹਾਨੂੰ ਇੱਥੋਂ ਦੇ ਤਰੀਕੇ ਦੇ ਨਾਲ ਉਹਨੂੰ ਅਪਲਾਈ ਕਰਨਾ ਪੈਣਾ। ਬਿਲਕੁਲ ਇੱਥੋਂ ਦਾ ਜਿਹੜਾ ਤੌਰ ਤਰੀਕਾ ਹੈ ਕਿਸ ਤਰ੍ਹਾਂ ਹੈਗਾ, ਜਾਂ ਕੋਈ ਲਾਇਸੈਂਸਿੰਗ ਲੈਣੀ ਹੈ ਜਾਂ ਕੋਈ ਕੋਰਸ ਕਰਨਾ ਹੈ ਤੇ ਉਹ ਕਰਨਾ ਪਏਗਾ। ਹਾਂਜੀ, ਤੇ ਉਹਦੇ 'ਚ ਬਸ ਮੈਂ ਐਡ ਕਰੂੰਗੀ ਕਿ ਜਿਵੇਂ ਰਿਸਰਚ ਲਈ ਸਪੈਸੀਫਿਕਲੀ TCPS ਇੱਕ ਰਿਸਰਚ ਐਥਿਕਸ ਦਾ ਕੋਰਸ ਹੈ। ਜਦੋਂ ਵੀ ਅਸੀਂ ਕਿਸੇ ਰਿਸਰਚ ਪੋਜੀਸ਼ਨ ਲਈ ਅਪਲਾਈ ਕਰਦੇ ਹਾਂ ਉਹ ਜ਼ਰੂਰ ਪੁੱਛਦੇ ਨੇ ਕਿ ਤੁਸੀਂ ਕੀਤਾ ਕਿ ਨਹੀਂ। ਜੇ ਤੁਸੀਂ ਕੀਤਾ ਇਟਸ ਅ ਗੁੱਡ ਥਿੰਗ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਕਰਨਾ ਸੀਗਾ। ਸੋ ਇਟਸ ਅ ਫ੍ਰੀ ਕੋਰਸ TCPS
ਕਰਕੇ। ਸੋ ਜੇ ਤੁਸੀਂ ਉਹ ਕਰ ਸਕਦੇ ਹੋ ਆਪਣੇ ਫ੍ਰੀ ਟਾਈਮ ਦੇ ਵਿੱਚ, ਆਈ ਥਿੰਕ ਉਹ ਜਿਹੜੇ ਤੁਸੀਂ ਸਕਿੱਲਸ ਡਿਵੈਲਪ ਕਰ ਸਕਦੇ ਹੋ ਬਹੁਤ ਵਧੀਆ। ਜੀ। ਰਤਿੰਦਰ, ਤੁਸੀਂ ਬਹੁਤ ਹੀ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਵਿਊਅਰਸ ਦੀ ਸ਼ੇਅਰ ਕੀਤੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ।